यूनियन काउंसिल ऑफ मिनिस्टर एंड प्राइम मिनिस्टर। ठीक है, ये हैगा चैप्टर नेम 10 BA थर्ड सम। ठीक है, स्टार्ट करते हैं। जो टॉपिक है कि ਜਿਹੜਾ ਸਾਡੇ ਕੋਲ ਕੈਬਨਿਟ ਆਫ ਮਿਨਿਸਟਰਸ ਨੇ ਉਹਨਾਂ ਦੇ ਬਾਰੇ ਵਿੱਚ ਅਸੀਂ ਕਰਨਾ ਹੈ ਕਿ ਕੈਬਨਿਟ ਆਫ ਮਿਨਿਸਟਰਸ ਜਿਹੜੇ ਨੇ ਕਿਉਂ ਬਣਾਏ ਜਾਂਦੇ ਨੇ ਜਾਂ ਕੈਬਨਿਟ ਆਫ ਮਿਨਿਸਟਰਸ ਦਾ ਕੰਮ ਕੀ ਹੈ। ਅਸੀਂ ਕਵਾਂਗੇ ਜਿਹਦੇ ਵਿੱਚ ਤਾਂ ਕਲੋਜ਼ ਰਿਲੇਸ਼ਨ ਨੇ ਕਾਰਜਪਾਲਿਕਾ ਤੇ ਵਿਧਾਨਪਾਲਿਕਾ 'ਚ, ਮਤਲਬ ਐਗਜ਼ੀਕਿਊਟਿਵ ਤੇ ਜੁਡੀਸ਼ਰੀ ਸਿਸਟਮ 'ਚ ਕਲੋਜ਼ ਰਿਲੇਸ਼ਨ ਨੇ। ਠੀਕ ਹੈ, ਉਹਦੇ ਵਿੱਚ ਤਾਂ ਅਸੀਂ ਕਵਾਂਗੇ ਕਿ ਜਿਨ੍ਹਾਂ ਦੇ ਵਿੱਚ ਕਲੋਜ਼ ਰਿਲੇਸ਼ਨ ਨੇ ਉਹ ਤਾਂ ਹੈਗੇ ਨੇ ਪਾਰਲੀਮੈਂਟ ਗਵਰਨਮੈਂਟ, ਮਤਲਬ ਸੰਸਦੀ ਸਰਕਾਰ, ਤੇ ਜਿਨ੍ਹਾਂ 'ਚ ਐਗਜ਼ੀਕਿਊਟਿਵ ਤੇ ਲੈਜਿਸਲੇਚਰ ਦੇ ਵਿਚਕਾਰ ਕਲੋਜ਼ ਰਿਲੇਸ਼ਨ ਨਹੀਂ ਹੈ ਉਹ ਹੈ ਪ੍ਰੈਜ਼ੀਡੈਂਟਲ ਗਵਰਨਮੈਂਟ। ਠੀਕ ਹੈ, ਸੋ ਜਿੱਥੇ ਪਾਰਲੀਮੈਂਟ ਗਵਰਨਮੈਂਟ ਹੋਏਗੀ ਉੱਥੇ ਕੈਬਨਿਟ ਫਾਰਮ ਆਫ ਗਵਰਨਮੈਂਟ ਹੋਣਗੇ ਹੀ ਹੋਣਗੇ, ਮਤਲਬ ਮੰਤਰੀ ਮੰਡਲ ਦੇ ਮੈਂਬਰ ਹੋਣਗੇ ਹੀ ਹੋਣਗੇ। ਇਹੋ ਜਿਹੀ ਗਵਰਨਮੈਂਟ ਨੂੰ ਅਸੀਂ ਰਿਸਪੌਂਸਿਬਲ ਗਵਰਨਮੈਂਟ ਵੀ ਕਹਿ ਸਕਦੇ ਹਾਂ, ਮਤਲਬ ਜ਼ਿੰਮੇਵਾਰ ਸਰਕਾਰ ਵੀ ਕਹਿ ਸਕਦੇ ਹਾਂ। ਇਸ ਲਈ ਆਪਣੇ ਦਿਮਾਗ 'ਚ ਇਹ ਚੀਜ਼ਾਂ ਨੂੰ ਯਾਦ ਰੱਖਣਾ, ਜਿੱਥੇ ਕਿਤੇ ਵੀ ਤੁਹਾਨੂੰ ਆ ਜਾਂਦਾ ਹੈ ਕਿ ਮੰਤਰੀ ਮੰਡਲ ਕੀ ਹੈ, ਤੁਸੀਂ ਕਹਿਣਾ ਹੈ ਕਿ ਜਿੱਥੇ ਕਾਰਜਪਾਲਿਕਾ ਤੇ ਵਿਧਾਨਪਾਲਿਕਾ 'ਚ ਕਲੋਜ਼ ਰਿਲੇਸ਼ਨ ਹੋਣ, ਮਤਲਬ ਐਗਜ਼ੀਕਿਊਟਿਵ ਤੇ ਲੈਜਿਸਲੇਚਰ ਦੇ ਵਿਚਕਾਰ ਕਲੋਜ਼ ਰਿਲੇਸ਼ਨ ਹੋਣ, ਉੱਥੇ ਪਾਰਲੀਮੈਂਟ ਗਵਰਨਮੈਂਟ ਹੁੰਦੀ ਹੈ। ਤੇ ਜਿੱਥੇ ਪਾਰਲੀਮੈਂਟ ਗਵਰਨਮੈਂਟ ਹੁੰਦੀ ਹੈ ਉੱਥੇ ਕੈਬਨਿਟ ਫਾਰਮ ਆਫ ਗਵਰਨਮੈਂਟ ਹੁੰਦੀ ਹੋਈ ਹੁੰਦੀ ਹੈ, ਮਤਲਬ ਮੰਤਰੀ ਮੰਡਲ ਦੀ ਸਰਕਾਰ ਹੁੰਦੀ ਹੈ। ਇਹੋ ਜਿਹੀ ਗਵਰਨਮੈਂਟ ਨੂੰ ਅਸੀਂ ਰਿਸਪੌਂਸਿਬਲ ਗਵਰਨਮੈਂਟ ਵੀ ਕਹਿ ਸਕਦੇ ਹਾਂ। ਕਲੀਅਰ? ਕੁਐਸਚਨ ਤੁਹਾਨੂੰ ਆਏਗਾ ਕਰੈਕਟਰਿਸਟਿਕਸ ਆਫ ਕੈਬਨਿਟ ਸਿਸਟਮ ਇਨ ਇੰਡੀਆ, ਮਤਲਬ ਭਾਰਤ ਵਿੱਚ ਮੰਤਰੀ ਮੰਡਲ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਲਿਖੋ। ਪਹਿਲਾ ਆਏਗਾ ਤੁਹਾਡਾ ਕਿ ਪ੍ਰੈਜ਼ੀਡੈਂਟ ਸਟੈਂਡ ਆਊਟਸਾਈਡ ਦਾ ਕੈਬਨਿਟ, ਮਤਲਬ ਰਾਸ਼ਟਰਪਤੀ ਮੰਤਰੀ ਮੰਡਲ ਤੋਂ ਵੱਖਰਾ ਰਹਿੰਦਾ ਹੈ। ਜਿਹੜਾ ਸਾਡਾ ਰਾਸ਼ਟਰਪਤੀ ਹੈ, ਕਹਿੰਦੇ ਕਿ ਮੰਤਰੀ ਮੰਡਲ ਰਾਸ਼ਟਰਪਤੀ ਦੀ ਸਲਾਹਕਾਰ ਸਮਿਤੀ ਹੈ, ਮਤਲਬ ਮੰਤਰੀ ਮੰਡਲ ਰਾਸ਼ਟਰਪਤੀ ਨੂੰ ਐਜ਼ ਏ ਐਡਵਾਈਸ ਦਿੰਦਾ ਹੈ, ਬਟ ਖੁਦ ਉਹ ਮੰਤਰੀ ਮੰਡਲ ਦੀ ਕੋਈ ਵੀ ਮੀਟਿੰਗ ਹੋਵੇ ਵਿੱਚ ਪਾਰਟਿਸਿਪੇਟ ਨਹੀਂ ਕਰਦਾ। ਠੀਕ ਹੈ, ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਪਾਵਰਸ ਹੁੰਦੀਆਂ ਨੇ ਇਹ ਮੰਤਰੀ ਯੂਜ਼ ਕਰਦੇ ਆ, ਲੇਕਿਨ ਪ੍ਰੈਜ਼ੀਡੈਂਟ ਦੇ ਨਾਮ ਤੇ। ਪ੍ਰੈਜ਼ੀਡੈਂਟ ਦੀਆਂ ਸਾਰੀਆਂ ਪਾਵਰ ਕੌਣ ਯੂਜ਼ ਕਰਦਾ ਹੈ? ਪ੍ਰੈਜ਼ੀਡੈਂਟ ਦੀਆਂ ਸਾਰੀਆਂ ਪਾਵਰ ਯੂਜ਼ ਕਰਦੇ ਹੈਗੇ ਨੇ ਤੁਹਾਡਾ ਮੰਤਰੀ ਮੰਡਲ, ਲੇਕਿਨ ਮੰਤਰੀ ਕੈਬਨਿਟ ਦੇ ਨਾਮ ਤੇ ਪਾਵਰ ਯੂਜ਼ ਕਰਦੇ ਨੇ। ਠੀਕ ਹੈ, ਇਸ ਲਈ ਕਦੇ ਵੀ ਅਸੀਂ ਪ੍ਰੈਜ਼ੀਡੈਂਟ ਨੂੰ ਨਹੀਂ ਕਹਿ ਸਕਦੇ ਕਿ ਇਹਨੇ ਕੋਈ ਕੰਮ ਗਲਤ ਕੀਤਾ ਵਾ, ਨਹੀਂ। ਸਾਰੀ ਦੀ ਸਾਰੀ ਰਿਸਪੌਂਸਿਬਿਲਿਟੀ ਆ ਜਾਂਦੀ ਹੈਗੀ ਆ ਤੁਹਾਡੇ ਮੰਤਰੀ ਮੰਡਲ ਤੇ। ਪ੍ਰੈਜ਼ੀਡੈਂਟ ਇਜ਼ ਬਾਉਂਡ ਟੂ ਓਬੇ ਦਾ ਐਡਵਾਈਸ ਆਫ ਦਾ ਕਾਉਂਸਲ ਆਫ ਮਿਨਿਸਟਰ। ਕਹਿੰਦੇ ਕਾਉਂਸਲ ਆਫ ਮਿਨਿਸਟਰ ਜਿਹੜੀ ਐਡਵਾਈਸ ਦਿੰਦੇ ਆ ਨਾ ਮੰਤਰੀ ਮੰਡਲ, ਉਹਨੂੰ ਕਾਉਂਸਲ ਆਫ ਮਿਨਿਸਟਰ ਜਿਹੜੀ ਵੀ ਐਡਵਾਈਸ ਦਿੰਦੇ ਆ, ਪ੍ਰੈਜ਼ੀਡੈਂਟ ਉਹਨੂੰ ਮੰਨਣ ਦੇ ਲਈ ਬਾਉਂਡ ਹੈ। ਬਾਉਂਡ ਮਤਲਬ ਪਾਬੰਦ ਹੈ ਕਿ ਉਹਨੇ ਮੰਨਣੀ ਹੀ ਮੰਨਣੀ ਹੈ। ਠੀਕ ਹੈ, ਕਹਿੰਦੇ ਕਿ ਰਾਸ਼ਟਰਪਤੀ ਹਾਂ ਦਿੱਤੀ ਹੋਈ ਸਲਾਹ ਨੂੰ ਮੁੜ ਵਿਚਾਰ ਕਰਨ ਦੇ ਲਈ ਕਹਿ ਸਕਦਾ ਕਿ ਤੁਸੀਂ ਜਿਹੜੀ ਮੈਨੂੰ ਸਲਾਹ ਦਿੱਤੀ ਆ ਇਹਦੇ ਉੱਤੇ ਤੁਸੀਂ ਮੁੜ ਤੋਂ ਵਿਚਾਰ ਕਰ ਲਓ, ਲੇਕਿਨ ਕਰਨਾ ਜਾਂ ਨਾ ਕਰਨਾ ਡਿਪੈਂਡ ਕਰਦਾ ਵਾ ਉਹ ਮੰਤਰੀ ਮੰਡਲ ਤੇ। ਕਹਿੰਦੇ ਕਿ ਪ੍ਰਧਾਨ ਮੰਤਰੀ ਜਿਹੜਾ ਹੈਗਾ ਵਾ ਉਹ ਮੰਤਰੀ ਪਰਿਸ਼ਦ ਦਾ ਲੀਡਰ ਹੁੰਦਾ ਵਾ। ਠੀਕ ਹੈ, ਕਹਿੰਦੇ ਕਿ ਇੱਕ ਕਿਸਮ ਦਾ ਰਾਸ਼ਟਰਪਤੀ ਜਿਹੜਾ ਵਾ ਉਹ ਸੰਵਿਧਾਨ ਦਾ ਹੈਡ ਹੈ। ਸੋ ਉਸ ਤੋਂ ਬਾਅਦ ਹੈ ਲੀਡਰਸ਼ਿਪ ਆਫ ਦਾ ਪ੍ਰਾਈਮ ਮਿਨਿਸਟਰ, ਪ੍ਰਧਾਨ ਮੰਤਰੀ ਦੀ ਅਗਵਾਈ। ਕਹਿੰਦੇ ਸੰਸਦੀ ਪ੍ਰਣਾਲੀ ਦੀ ਸਰਕਾਰ ਦੇ ਵਿੱਚ ਮੰਤਰੀ ਪਰਿਸ਼ਦ ਜੋ ਹੈਗਾ ਵਾ ਪ੍ਰਧਾਨ ਮੰਤਰੀ ਦੇ ਅੰਡਰ ਰਹਿ ਕੇ ਕੰਮ ਕਰਦਾ ਵਾ। ਪ੍ਰਧਾਨ ਮੰਤਰੀ ਜਿਹੜਾ ਹੈਗਾ ਵਾ ਲਿਸਟ ਤਿਆਰ ਕਰਦਾ ਮੰਤਰੀਆਂ ਦੀ, ਮੰਤਰੀਆਂ ਨੂੰ ਮਹਿਕਮੇ ਵੰਡਦਾ, ਡਿਪਾਰਟਮੈਂਟ ਵੰਡਦਾ, ਮੰਤਰੀਆਂ ਵਿਚਕਾਰ ਜੇ ਮਤਭੇਦ ਹੋ ਜਾਵੇ ਤਾਂ ਉਹਨਾਂ 'ਚ ਤਾਲਮੇਲ ਦਾ ਕੰਮ ਕਰਵਾਉਂਦਾ ਵਾ, ਮੀਟਿੰਗਾਂ ਬੁਲਾਉਂਦਾ ਵਾ, ਮੀਟਿੰਗਾਂ ਦੀ ਪ੍ਰਧਾਨਗੀ ਕਰਦਾ, ਸਾਰੇ ਕੰਮ ਇਹ ਕਰਦਾ ਵਾ। ਠੀਕ ਹੈ, ਯਾਦ ਰਹੇ ਪ੍ਰਧਾਨ ਮੰਤਰੀ ਦੀ ਕਹਿੰਦੇ ਇੱਛਾ ਦੇ ਵਿਰੁੱਧ ਕੋਈ ਵੀ ਮੰਤਰੀ ਆਪਣੀ ਪੋਸਟ ਦੇ ਉੱਤੇ ਨਹੀਂ ਰਹਿ ਸਕਦਾ।
उदाहरण के तौर ते कहते प्रधानमंत्री इंदिरा गांधी जी ने श्री विद्याचरण शुक्ला, प्रधानमंत्री मुरारजी देसाई ने चौधरी चरण सिंह नूं मंत्री परिषद की पोस्ट तो अस्तीफा देने के लिए बोलता सी, क्योंकि प्रधानमंत्री की मंजूरी तो बिना कोई होर मंत्री पोजीशन के उत्ते नहीं बैठ सकता। क्लोज रिलेशन बिटवीन कैबिनेट एंड पार्लियामेंट, कहते मंत्री मंडल ਅਤੇ संसद विचकार गूढ़े संबंध। चलो कहते मंत्री मंडल तीसरी विशेषता है एक किस्म की संसद की। प्रधानमंत्री कहते कि लोक सभा का नेता वा ते मंत्री मंडल दे मैंबर संसद दीयां सारियां मीटिंगां विच पार्टिसिपेट करते आ, ठीक है, अपनी पॉलिसी तो जाणू करवाउंदे आ। कहते मंत्री मंडल उदों तक अपनी पोजीशन के उत्ते रहिंदा वा जदों तक लोक सभा चाहुंदी आ। जदों लोक सभा चाहे तो मंत्री मंडल नूं उहदी पोजीशन के उत्तों रिहा भी कर सकती है, मतलब हटा भी सकती है। एग्जाम्पल के तौर पर 7 नवंबर 1990 नूं कहते कि वीपी सिंह मंत्री मंडल नूं लोक सभा विच बहु समिति का विश्वास नहीं प्राप्त होया, जिहदे करके उन्हां नूं अस्तीफा देना पिया। यानी कि मंत्री मंडल कैबिनेट ऑफ मिनिस्टर्स उदों तक अपनी पोस्ट के उत्ते रहिंदे आ जदों तक लोक चाहण, लोकां दा विश्वास है उदों तक पोजीशन ते रहणगे। जदों लोकां दा विश्वास नहीं प्राप्त, पोस्ट तो रिमूव होना पएगा। कलैक्टिव रिस्पॉन्सिबिलिटी, कहते कलैक्टिव रिस्पॉन्सिबिलिटी का मतलब है मंत्री मंडल जिहड़े हैगे ने उन्हां दी कलैक्टिव रिस्पॉन्सिबिलिटी हुंदी, मतलब वो कट्ठे जे रूप दे विच सारियां चीज़ां लई रिस्पॉन्सिबल हुंदे आ। कहते मान लो कोई एक व्यक्ति कदम चुकदा मंत्री मंडल दे विचों कोई एक व्यक्ति कोई कदम चुकदा वा ते इह मन्निया जांदा है कि सारे मंत्री मंडल ने यह कदम चुक्या वा। ते जे एक मंत्री नूं अस्तीफा देण नूं किहा जांदा है ते पूरे दे पूरे मंत्री मंडल अस्तीफा देगी, इसलिए किहा जांदा वा मंत्री इकट्ठे तैरदे ते इकट्ठे डुबदे ने। उस तो बाद है राजनीतिक एकरूपता, कहते मंत्री मंडल दे जिन्ने मैंबर ने ना कहते उन्हां सारियां नूं अपने विच एक एकरूपता रखनी पैंदी आ। एकरूपता का मतलब है मंत्री मंडल दे सारे मैंबरां नूं अपने विचार ਜਿਹੜੇ ਹੈਗੇ ਆ ਉਹ ਇੱਕੋ ਜਿਹੇ ਰੱਖਣੇ ਪੈਂਦੇ ਆ। ਬਾਈ ਚਾਂਸ ਕਿਸੇ ਇੱਕ ਦੇ ਵਿਚਾਰ ਦੂਜੇ ਦੇ ਨਾਲ ਮੇਲ ਨਹੀਂ ਖਾਂਦੇ ਪਏ, ਠੀਕ ਹੈ, ਇੱਕ ਦੇ ਵਿਚਾਰ ਜਿਹੜੇ ਹੈਗੇ ਆ ਉਹ ਦੂਜੇ ਦੇ ਨਾਲ ਨਹੀਂ ਮੇਲ ਖਾਂਦੇ ਪਏ ਤੇ ਉਹਨਾਂ ਨੂੰ ਅਸਤੀਫਾ ਦੇਣਾ ਪੈ ਜਾਂਦਾ ਵਾ। ਸੋ ਕਹਿੰਦੇ ਬਜਾਏ ਕਿ ਅਸਤੀਫਾ ਦੇਣ ਦੇ ਸਾਰੇ ਮੈਂਬਰ ਜਿਹੜੇ ਹੈਗੇ ਆ ਪਹਿਲਾਂ ਤਾਂ ਇੱਕੋ ਹੀ ਡਿਪਾਰਟਮੈਂਟ ਚੋਂ ਲੈ ਜਾਂਦੇ ਆ ਤਾਂ ਜੋ ਉਹਨਾਂ ਸਾਰੇ ਮੈਂਬਰਾਂ ਦੇ ਪੁਆਇੰਟ ਆਫ ਵਿਊ, ਥਾਟ ਆਫ ਵਿਊ ਜਿਹੜੇ ਹੈਗੇ ਆ ਇੱਕੋ ਜਿਹੇ ਹੋਣ। ਕਹਿੰਦੇ ਬਾਈ ਚਾਂਸ ਕਹਿੰਦੇ ਏਦਾਂ ਹੁੰਦਾ ਕਿ ਮੰਤਰੀ ਮੰਡਲ ਦੇ ਮੈਂਬਰ ਆ ਨਾ ਜਿਹੜੇ ਜਗ੍ਹਾ ਜਗ੍ਹਾ ਤੋਂ ਲੈ ਲਏ ਜਾਂਦੇ ਆ। ਜਦੋਂ ਮੰਤਰੀ ਮੰਡਲ ਦੇ ਮੈਂਬਰ ਜਗ੍ਹਾ ਜਗ੍ਹਾ ਤੋਂ ਲੈ ਜਾਂਦੇ ਆ, ਇਹਦਾ ਮਤਲਬ ਹੈਗਾ ਵਾ ਕਿ ਉਹਨਾਂ ਦੇ ਵਿਚਾਰ ਕੀ ਹੈ ਸਾਂਝ ਨਹੀਂ ਪਾਈ ਜਾਂਦੀ, ਠੀਕ ਹੈ। ਇੱਕ ਸੈਕਿੰਡ ਲਈ ਰੁਕਣਾ ਬੱਚੇ। तो सॉरी, ਸੋ ਜਿਹੜੇ ਮੰਤਰੀ ਮੰਡਲ ਦੇ ਮੈਂਬਰ ਹੈ ਨਾ ਉਹਨਾਂ ਦੇ ਵਿਚਕਾਰ ਕੀ ਪਾਈ ਜਾਂਦੀ ਹੈ, ਕਹਿੰਦੇ ਇੱਕ ਰੂਪਤਾ ਹੋਣੀ ਚਾਹੀਦੀ ਹੈ। ਮਤਲਬ ਸਾਰਿਆਂ ਦੇ ਜਿਹੜੇ ਪੁਆਇੰਟ ਆਫ ਵਿਊ ਨੇ ਨਾ ਉਹ ਸਾਰਿਆਂ ਦੇ ਪੁਆਇੰਟ ਆਫ ਵਿਊ ਇੱਕੋ ਜਿਹੇ ਹੋਣੇ ਚਾਹੀਦੇ ਆ। ਕਹਿੰਦੇ ਅਸੀਂ ਦੇਖਦੇ ਹਾਂ ਕਿ 1989 ਦੇ ਵਿੱਚ ਨਾ ਗਵਰਨਮੈਂਟ ਡਿੱਗ ਪਈ ਸੀ। ਗਵਰਨਮੈਂਟ ਕਿਉਂ ਡਿੱਗੀ? ਹੁਣ ਗਵਰਨਮੈਂਟ ਇਸ ਲਈ ਡਿੱਗੀ ਸੀ ਕਿਉਂਕਿ ਜਿੰਨੇ ਮੈਂਬਰ ਸੀ ਨਾ ਸਾਰੇ ਵੱਖਰੇ ਵੱਖਰੇ ਪੋਲੀਟੀਕਲ ਪਾਰਟੀ ਚੋਂ ਲੈ ਲਏ। ਹੁਣ ਤੁਸੀਂ ਆਪੇ ਹੀ ਸੋਚੋ, ਜੇ ਪੋਲੀਟੀਕਲ ਪਾਰਟੀ ਦੇ ਮੈਂਬਰ ਹੀ ਵੱਖਰੇ ਵੱਖਰੇ ਥਾਵਾਂ ਤੋਂ ਲੈ ਲਏ ਜਾਣਗੇ ਤੇ ਉਹਨਾਂ ਦੇ ਵਿਚਾਰ ਤਾਂ ਆਪਸ 'ਚ ਮਿਲਦੇ ਹੀ ਨਹੀਂ ਹੋਣਗੇ। ਉਸ ਤੋਂ ਬਾਅਦ ਹੈ ਸੀਕੁਐਂਸੀ, ਮਤਲਬ ਗੁਪਤਤਾ। ਕਹਿੰਦੇ ਸਾਰੇ ਮੈਂਬਰ ਨੇ ਨਾ ਜਦੋਂ ਉਹਨਾਂ ਨੂੰ ਪੋਜੀਸ਼ਨ ਦੇ ਉੱਤੇ ਬਿਠਾਇਆ ਜਾਂਦਾ ਵਾ ਤੇ ਉਹਨਾਂ ਨੂੰ ਗੁਪਤਤਾ ਦੀ ਸਹੁੰ ਚੁਕਾਈ ਜਾਂਦੀ ਹੈ ਕਿ ਤੁਸੀਂ ਜਿੰਨੇ ਵੀ ਹੁਣ ਤੱਕ ਕੰਮ ਹੋਣਗੇ ਜਾਂ ਨੈਕਸਟ ਜਿੰਨੇ ਵੀ ਕੰਮ ਹੈਗੇ ਆ ਸਾਰੇ ਸੀਕ੍ਰੇਟ ਬੇਸਿਸ ਤੇ ਹੋਣਗੇ ਤੇ ਤੁਸੀਂ ਸੀਕ੍ਰੇਟ ਬੇਸਿਸ ਦੇ ਉੱਤੇ ਹੀ ਆਪਣੇ ਕੋਲ ਰੱਖਣਾ ਵਾ। ਕੈਬਨਿਟ ਕੈਨ ਗੈਟ ਦਾ ਲੋਕ ਸਭਾ ਡਿਸੋਲਵ, ਕਹਿੰਦੇ ਮੰਤਰੀ ਮੰਡਲ ਲੋਕ ਸਭਾ ਨੂੰ ਭੰਗ ਕਰਵਾ ਸਕਦਾ ਵਾ। ਭਾਵੇਂ ਕਿ ਕਹਿੰਦੇ ਮੰਤਰੀ ਮੰਡਲ ਨੂੰ ਲੋਕ ਸਭਾ ਜੀਵਨ ਦਿੰਦਾ ਵਾ,
ਪਰ ਕਹਿੰਦੇ ਕਈ ਵੇਲੇ ਮੰਤਰੀ ਮੰਡਲ ਕੀ ਕਰਦਾ, ਰਾਸ਼ਟਰਪਤੀ ਨੂੰ ਕਹਿ ਦਿੰਦਾ ਵਾ ਕਿ ਲੋਕ ਸਭਾ ਨੂੰ ਭੰਗ ਕਰ ਦੋ। ਠੀਕ ਹੈ, ਤੇ ਰਾਸ਼ਟਰਪਤੀ ਤਾਂ ਪਾਬੰਦ ਹੈ ਜੀ, ਉਹਨੂੰ ਤਾਂ ਜਿਹੜਾ ਕੰਮ ਕਹਿ ਦਿੱਤਾ ਉਹਨੇ ਤਾਂ ਕਰਨਾ ਹੈ। ਇਸ ਲਈ 1977, 1979, 1991, 1997, 1999, 2004 ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਨੂੰ ਕਹਿ ਕੇ ਲੋਕ ਸਭਾ ਨੂੰ ਉਹਦੀ ਪੋਜੀਸ਼ਨ ਦੇ ਉੱਤੋਂ ਪਹਿਲਾਂ ਹੀ ਰਿਮੂਵ ਕਰਤਾ। ਨੈਕਸਟ ਹੈ tenure of the cabinet is not fixed। ਕਹਿੰਦੇ ਮੰਤਰੀ ਮੰਡਲ ਦੀ ਮਿਆਦ ਕੋਈ ਫਿਕਸਡ ਨਹੀਂ ਹੈ, ਇਹ ਉਦੋਂ ਤੱਕ ਪੋਜੀਸ਼ਨ ਤੇ ਰਹਿੰਦੀ ਹੈ ਜਦੋਂ ਤੱਕ ਇਹਨੂੰ ਵਿਸ਼ਵਾਸ ਪ੍ਰਾਪਤ ਹੈ। ਵਿਸ਼ਵਾਸ ਖਤਮ ਹੋ ਗਿਆ, ਇਹਨੂੰ ਪੋਜੀਸ਼ਨ ਦੇ ਉੱਤੋਂ ਰਿਮੂਵ ਕਰਨਾ ਪੈਣਾ ਹੈ। ਐਗਜ਼ਾਮਪਲ ਦੇ ਤੌਰ ਤੇ 22 ਅਗਸਤ 1979 ਨੂੰ ਚੌਧਰੀ ਚਰਨ ਸਿੰਘ, 7 ਨਵੰਬਰ 1990 ਨੂੰ ਸ਼੍ਰੀ VP ਸਿੰਘ, 28 ਮਈ 1996 ਨੂੰ ਅਟਲ ਬਿਹਾਰੀ ਵਾਜਪਾਈ ਦੀ ਗਵਰਨਮੈਂਟ ਨੂੰ ਲੋਕ ਸਭਾ ਵਿੱਚ ਵਿਸ਼ਵਾਸ ਪ੍ਰਾਪਤ ਨਹੀਂ ਹੋਇਆ, ਜਿਹਦੇ ਕਰਕੇ ਇਹਨਾਂ ਨੂੰ ਪੋਸਟ ਦੇ ਉੱਤੋਂ ਰਿਮੂਵ ਹੋਣਾ ਪਿਆ। ਫਿਕਸਡ ਸਾਈਜ਼ ਆਫ ਦ ਕਾਉਂਸਲ ਆਫ ਮਿਨਿਸਟਰ, ਕਹਿੰਦੇ ਮੰਤਰੀ ਪਰਿਸ਼ਦ ਦਾ ਨਿਸ਼ਚਿਤ ਆਕਾਰ, ਕਹਿੰਦੇ ਕਿ ਜਿਹੜੇ ਮੰਤਰੀ ਹੁੰਦੇ ਨੇ ਨਾ ਉਹਨਾਂ ਦਾ ਆਕਾਰ ਜੋ ਸਾਈਜ਼ ਹੈ ਨਾ ਉਹ ਫਿਕਸਡ ਹੁੰਦਾ। ਠੀਕ ਹੈ, ਪਰ ਕਹਿੰਦੇ ਕਿ ਜਿਹੜੇ ਮੰਤਰੀ ਮੰਡਲ ਤੇ ਮੰਤਰੀ ਪਰਿਸ਼ਦ ਦੇ ਮੈਂਬਰ ਇੰਡੀਆ ਦੇ ਵਿੱਚ ਨੇ ਉਹਨਾਂ ਦੇ ਵਿੱਚ ਕੋਈ ਸਾਈਜ਼ ਫਿਕਸ ਨਹੀਂ ਹੈ। ਮਤਲਬ ਆਪਣੀ ਮਰਜ਼ੀ ਦੇ ਦੁਆਰਾ ਆਪਣੀ ਕੁਰਸੀ ਨੂੰ ਬਚਾਉਣ ਦੇ ਲਈ ਪਤਾ ਨਹੀਂ ਕਿੰਨੇ ਮੈਂਬਰ ਜਿਹੜੇ ਹੈਗੇ ਆ ਪੋਜੀਸ਼ਨ ਦੇ ਉੱਤੇ ਉਹ ਰੱਖਦੇ ਰਹਿੰਦੇ ਨੇ। ਫਿਰ ਇੱਕ ਅਮੈਂਡਮੈਂਟ ਕੀਤੀ ਗਈ 91 ਦੇ ਵਿੱਚ, ਉਹਨਾਂ ਨੇ ਕਿਹਾ ਕਿ 50% ਤੋਂ ਜ਼ਿਆਦਾ ਮੈਂਬਰ ਰੱਖਣੇ ਹੀ ਨਹੀਂ ਆ। ਠੀਕ ਹੈ, ਮਤਲਬ ਕਹਿਣ ਦਾ ਕਿ ਮੰਤਰੀ ਪਰਿਸ਼ਦ ਦੇ ਵੱਧ ਤੋਂ ਵੱਧ 82 ਮੈਂਬਰ ਹੋ ਸਕਦੇ ਨੇ, ਇਸ ਤੋਂ ਵੱਧ ਮੈਂਬਰ ਨਹੀਂ ਰੱਖਣੇ। ਕਮੇਟੀ ਆਫ ਦਾ ਕੈਬਨਿਟ, ਮੰਤਰੀ ਮੰਡਲ ਦੀਆਂ ਸਮਿਤੀਆਂ, ਕਹਿੰਦੇ ਵੱਖਰੀਆਂ ਵੱਖਰੀਆਂ ਕਮੇਟੀਆਂ ਕਾਇਮ ਕੀਤੀਆਂ ਜਾਂਦੀਆਂ ਨੇ ਜਿਹੜੇ ਕਿ ਮੰਤਰੀ ਮੰਡਲ ਨੂੰ ਫੈਸਲਿਆਂ ਦੇ ਵਿੱਚ ਐਡਵਾਈਸ ਦਿੰਦੀਆਂ ਨੇ। ਲੀਗਲ ਰਿਕੋਗਨਾਈਜੇਸ਼ਨ ਟੂ ਦ ਲੀਡਰ ਆਫ ਆਪੋਜੀਸ਼ਨ, ਮਤਲਬ ਵਿਰੋਧੀ ਦਲ ਦੇ ਨੇਤਾ ਨੂੰ ਕਾਨੂੰਨੀ ਮਾਨਤਾ। ਦੇਖੋ ਇੱਕ ਪਾਰਟੀ ਫਰੰਟ ਹੁੰਦੀ, ਦੂਜੀ ਆਪੋਜੀਸ਼ਨ ਹੁੰਦੀ। ਕਲੀਅਰ? ਹੁਣ ਜਿਹੜੀ ਆਪੋਜੀਸ਼ਨ ਪਾਰਟੀ ਹੈਗੀ ਆ ਨਾ ਇਹਨੂੰ ਵੀ ਮਾਨਤਾ ਪ੍ਰਾਪਤ ਕਰਨੀ ਪੈਂਦੀ ਆ। ਜੇ ਇਹਨੂੰ ਉਨੀਆਂ ਵੋਟਾਂ ਨਾ ਮਿਲਣ ਜਿੰਨੀਆਂ ਵੋਟਾਂ ਦੀ ਜ਼ਰੂਰਤ ਹੁੰਦੀ ਆ ਤੇ ਇਹ ਪਾਰਟੀ ਕੋਈ ਆਪੋਜ਼ਿਟ ਪਾਰਟੀ ਦੇ ਤੌਰ ਤੇ ਨਹੀਂ ਖੜ ਸਕਦੀ। ਫੋਰ ਐਗਜ਼ਾਮਪਲ ਦੇ ਤੌਰ ਤੇ ਜੇ ਅਸੀਂ ਦੇਖੀਏ ਤਾਂ 16ਵੀਂ ਲੋਕ ਸਭਾ ਦੀਆਂ ਇਲੈਕਸ਼ਨਸ ਹੋਈਆਂ, 55% ਤੋਂ ਵੀ ਘੱਟ ਸੀਟਾਂ ਪ੍ਰਾਪਤ ਹੋਈਆਂ ਆਪੋਜੀਸ਼ਨ ਪਾਰਟੀ ਨੂੰ। ਇਸ ਲਈ 16ਵੀਂ ਲੋਕ ਸਭਾ ਦੀਆਂ ਵੋਟਾਂ ਜਦੋਂ ਹੋਈਆਂ ਸੀ ਕੋਈ ਵੀ ਆਪੋਜੀਸ਼ਨ ਪਾਰਟੀ ਨਹੀਂ ਬਣੀ। ਕਲੀਅਰ? ਉਸ ਤੋਂ ਬਾਅਦ ਹੈਗਾ ਯੂਨੀਅਨ ਕੌਂਸਲ ਆਫ ਮਿਨਿਸਟਰ। ਯੂਨੀਅਨ ਕੌਂਸਲ ਆਫ ਮਿਨਿਸਟਰ ਦਾ ਮਤਲਬ ਹੁੰਦਾ ਵਾ ਸੰਘੀ ਮੰਤਰੀ ਪਰਿਸ਼ਦ। ਠੀਕ ਹੈ, ਕਹਿੰਦੇ ਭਾਰਤ ਦੀ ਸੰਵਿਧਾਨ ਦੀ ਧਾਰਾ 74 ਦੇ ਵਿੱਚ ਕਹਿੰਦੇ ਰਾਸ਼ਟਰਪਤੀ ਦੀ ਸਹਾਇਤਾ, ਉਹਨਾਂ ਦੇ ਸਲਾਹ ਮਸ਼ਵਰੇ ਦੇ ਲਈ ਮੰਤਰੀ ਪਰਿਸ਼ਦ ਕਾਇਮ ਕੀਤਾ ਗਿਆ। ਮੰਤਰੀ ਪਰਿਸ਼ਦ ਜੋ ਹੈਗਾ ਵਾ ਕਹਿੰਦੇ ਉਹਦਾ ਨੇਤਾ ਹੁੰਦਾ ਪ੍ਰਧਾਨ ਮੰਤਰੀ। ਕਹਿੰਦੇ ਕਿ ਮੰਤਰੀ ਪਰਿਸ਼ਦ ਆਪਣੀਆਂ ਪਾਵਰ ਨੂੰ ਯੂਜ਼ ਕਰਦੇ ਟਾਈਮ ਦੇਖਦਾ ਵਾ ਕਿ ਮੇਰੀਆਂ ਜਿਹੜੀਆਂ ਪਾਵਰ ਨੇ ਕਿਤੇ ਉਹ ਪ੍ਰਧਾਨ ਮੰਤਰੀ ਦੇ ਅਗੇਂਸਟ ਤਾਂ ਨਹੀਂ ਜਾ ਰਹੀਆਂ। ਉਸ ਤੋਂ ਬਾਅਦ ਹੈਗਾ ਫਾਰਮੇਸ਼ਨ ਆਫ ਦ ਕਾਉਂਸਲ ਆਫ ਮਿਨਿਸਟਰ, ਮੰਤਰੀ ਪਰਿਸ਼ਦ ਦੀ ਰਚਨਾ। ਅਸੀਂ ਕਵਾਂਗੇ ਆਰਟੀਕਲ 75 ਦੇ ਵਿੱਚ ਰਾਸ਼ਟਰਪਤੀ ਦੇ ਦੁਆਰਾ ਮੰਤਰੀ ਪਰਿਸ਼ਦ ਜਿਹੜਾ ਹੈਗਾ ਉਹਨੂੰ ਬਣਾਇਆ ਜਾਏਗਾ। ਵੈਸੇ ਤਾਂ ਕਹਿੰਦੇ ਦੇਖਿਆ ਜਾਵੇ 75 ਆਰਟੀਕਲ ਦੇ ਵਿੱਚ ਇਹ ਕਿਹਾ ਗਿਆ ਵਾ ਕਿ ਰਾਸ਼ਟਰਪਤੀ ਪ੍ਰਧਾਨ ਮੰਤਰੀ ਜਿਹੜਾ ਹੈਗਾ ਵਾ ਉਹਨੂੰ ਪੋਸਟ ਤੇ ਅਪਾਇੰਟ ਕੌਣ ਕਰੇਗਾ? ਰਾਸ਼ਟਰਪਤੀ। ਲੇਕਿਨ ਦ ਰਿਐਲਿਟੀ ਇਜ਼ ਦਿਸ, ਜਿਹਨੂੰ ਵੀ ਬਾਕੀ ਰਾਜਾਂ ਦੇ ਵਿੱਚ ਬਹੁਤ ਜ਼ਿਆਦਾ ਵੋਟਾਂ ਮਿਲੀਆਂ ਹੁੰਦੀਆਂ ਨੇ ਉਹ ਪਰਸਨ ਪ੍ਰਧਾਨ ਮੰਤਰੀ ਦੀ ਪੋਸਟ ਦੇ ਉੱਤੇ ਵਿਰਾਜਮਾਨ ਹੋ ਜਾਂਦਾ ਵਾ। ਠੀਕ ਹੈ, ਪ੍ਰਧਾਨ ਮੰਤਰੀ ਦੀ ਨਿਯੁਕਤੀ ਵਿੱਚ ਰਾਸ਼ਟਰਪਤੀ ਦੀ ਕਿੰਨੀ ਕੁ ਇੱਛਾ ਹੁੰਦੀ ਹੈ? ਦੇਖੋ ਰਾਸ਼ਟਰਪਤੀ ਜੇ ਕਿਸੇ ਨੂੰ ਬਹੁਮਤ ਨਹੀਂ ਮਿਲ ਰਹੀ, ਹੁਣ ਉਹਦੇ ਵਿੱਚ ਤਾਂ ਬਹੁਮਤ ਦੀ ਜ਼ਰੂਰਤ ਹੈ, ਜਿਹਨੂੰ ਬਹੁਮਤ ਨਹੀਂ ਮਿਲਦੀ ਫਿਰ ਰਾਸ਼ਟਰਪਤੀ ਕਹਿ ਦਿੰਦਾ ਵਾ ਕਿ ਠੀਕ ਹੈ ਕਿਸੇ ਇੱਕ ਵਿਅਕਤੀ ਨੂੰ ਪੋਸਟ ਦੇ ਉੱਤੇ ਆਪਾਂ ਅਪਾਇੰਟ ਕਰ ਦਿੰਦੇ ਹਾਂ, ਜਾਂ ਫਿਰ ਜਦੋਂ ਕੋਈ ਵਿਅਕਤੀ ਅਸਤੀਫਾ ਦੇ ਦਿੰਦਾ ਜਾਂ ਕਿਸੇ ਦੀ ਮੌਤ ਹੋ ਜਾਂਦੀ ਹੈ
ਉਸ ਤੋਂ ਬਾਅਦ ਪੋਜੀਸ਼ਨ ਦੇ ਉੱਤੇ ਕੋਈ ਹੋਰ ਵਿਅਕਤੀ ਆ ਜਾਂਦਾ। ਐਗਜ਼ਾਮਪਲ ਦੇ ਤੌਰ ਤੇ ਜੇ ਅਸੀਂ ਦੇਖੀਏ 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਡੈਥ ਹੋ ਜਾਂਦੀ ਹੈ, ਰਾਜੀਵ ਗਾਂਧੀ ਨੂੰ ਪੋਸਟ ਦੇ ਉੱਤੇ ਅਪੁਆਇੰਟ ਕਰ ਦਿੱਤਾ ਜਾਂਦਾ ਵਾ। ਉਸ ਤੋਂ ਬਾਅਦ ਤੁਹਾਡਾ ਹੈਗਾ 1990 ਨੂੰ ਜਨਤਾ ਦਲ ਦੇ ਜਿਹੜੇ ਨੇਤਾ ਸੀ ਸ਼੍ਰੀ ਚੰਦਰ ਸ਼ੇਖਰ ਨੂੰ ਪ੍ਰਧਾਨ ਮੰਤਰੀ ਦੀ ਪੋਸਟ ਤੇ ਨਿਯੁਕਤ ਕੀਤਾ ਗਿਆ। 20 ਜਨਵਰੀ 1991 ਨੂੰ ਵੀਪੀ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਪੋਸਟ ਦੇ ਉੱਤੇ ਅਪੁਆਇੰਟ ਕੀਤਾ ਗਿਆ। 1996 ਨੂੰ ਰਾਸ਼ਟਰਪਤੀ ਦੇ ਦੁਆਰਾ ਭਾਜਪਾ ਦੇ ਨੇਤਾ ਅਟਲ ਬਿਹਾਰੀ ਵਾਜਪਾਈ ਜੀ ਨੂੰ ਪੋਸਟ ਦੇ ਉੱਤੇ ਅਪੁਆਇੰਟ ਕੀਤਾ ਗਿਆ। ਕਹਿੰਦੇ ਉਸ ਤੋਂ ਬਾਅਦ 31 ਮਈ 1996 ਨੂੰ ਲੋਕ ਸਭਾ ਦੇ ਵਿੱਚ ਬਹੁ ਸਮਿਤੀ ਪ੍ਰਾਪਤ ਕਰ ਲਈ ਸੀ ਅਟਲ ਬਿਹਾਰੀ ਵਾਜਪਾਈ ਜੀ ਨੇ। ਠੀਕ ਹੈ, ਮਤਲਬ ਉਹਨਾਂ ਨੂੰ ਕਿਹਾ ਗਿਆ ਸੀ ਕਿ ਬਹੁ ਸਮਿਤੀ ਪ੍ਰਾਪਤ ਕਰ ਲਓ, ਲੇਕਿਨ ਉਹਨਾਂ ਕੋਲ ਬਹੁ ਸਮਿਤੀ ਪ੍ਰਾਪਤ ਨਹੀਂ ਸੀ ਕਰ ਹੋਈ, ਜਿਹਦੇ ਕਰਕੇ ਉਹਨਾਂ ਨੂੰ ਬੋਲਿਆ ਗਿਆ ਸੀਗਾ ਕਿ ਨਹੀਂ ਹੁਣ ਉਹਨਾਂ ਨੂੰ ਪੋਸਟ ਦੇ ਉੱਤੇ ਅਸਤੀਫਾ ਦੇਣਾ ਪੈਣਾ। ਉਹਨਾਂ ਦੀ ਥਾਂ ਤੇ ਐਚ.ਡੀ. ਦੇਵਗੌੜਾ ਆ ਗਏ ਸੀਗੇ। ਠੀਕ ਹੈ, ਐਚ.ਡੀ. ਦੇਵਗੌੜਾ ਤੋਂ ਬਾਅਦ ਜਦੋਂ ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ, ਉਹ ਵੀ ਨਹੀਂ ਟਿਕ ਸਕੇ ਤੇ ਇੰਦਰ ਕੁਮਾਰ ਗੁਜਰਾਲ ਆ ਗਏ ਸੀਗੇ। ਮੈਂ ਸਾਰੇ ਉਹ ਪਰਸਨ ਬੋਲ ਰਹੀ ਹਾਂ ਜਿਹੜੀ ਰਾਸ਼ਟਰਪਤੀ ਦੀ ਮਨਜ਼ੂਰੀ ਦੇ ਨਾਲ ਪੋਜੀਸ਼ਨ ਦੇ ਉੱਤੇ ਬੈਠੇ ਸੀ। 12ਵੀਂ ਲੋਕ ਸਭਾ ਇਲੈਕਸ਼ਨਸ ਹੋਈਆਂ 12ਵੀਂ ਲੋਕ ਸਭਾ ਇਲੈਕਸ਼ਨਸ ਹੋਈਆਂ, ਉਹਦੇ ਵਿੱਚ ਰਾਸ਼ਟਰਪਤੀ ਦੇ ਦੁਆਰਾ ਕਹਿੰਦੇ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਦੇ ਵਿੱਚ ਕਹਿੰਦੇ ਕਿ ਉਹਨਾਂ ਨੂੰ 1998 ਦੇ ਵਿੱਚ ਇੱਕ ਗੁਪਤਤਾ ਦੀ ਸਹੁੰ ਚੁਕਾਈ ਗਈ ਸੀਗੀ ਕਿ ਹੁਣ ਉਹ ਪੋਜੀਸ਼ਨ ਦੇ ਉੱਤੇ ਬੈਠਣਗੇ। 13ਵੀਂ ਲੋਕ ਸਭਾ ਦੀਆਂ ਇਲੈਕਸ਼ਨਸ ਹੋਈਆਂ, ਅਟਲ ਬਿਹਾਰੀ ਵਾਜਪਾਈ ਜੀ ਨੂੰ ਸੱਦਿਆ ਗਿਆ, ਉਹਨਾਂ ਦੇ ਅਕੋਰਡਿੰਗ ਸਿਸਟਮ ਨੂੰ ਚਲਾਉਣ ਦੇ ਲਈ ਮਤਲਬ ਸੈੱਟ ਕੀਤਾ ਗਿਆ, ਕਿਉਂਕਿ ਅਟਲ ਬਿਹਾਰੀ ਵਾਜਪਾਈ ਜੀ 13ਵੀਂ ਲੋਕ ਸਭਾ ਦੀਆਂ ਇਲੈਕਸ਼ਨਸ ਦੇ ਵਿੱਚ ਆਏ ਸੀ। 2004 ਦੇ ਵਿੱਚ ਇਲੈਕਸ਼ਨਸ ਕੀਤੀਆਂ ਗਈਆਂ ਤੇ ਦੋ ਗਵਰਨਮੈਂਟਸ ਨੇ ਮਿਲ ਕੇ ਯਾਨੀ ਕਿ ਪ੍ਰੀ ਪੋਲ ਅਲਾਈਅੰਸ ਗੱਠਜੋੜ ਦੇ ਨਾਲ ਗਵਰਨਮੈਂਟ ਬਣਾਈ ਸੀ ਡਾਕਟਰ ਮਨਮੋਹਨ ਸਿੰਘ ਜੀ ਨੇ। ਡਾਕਟਰ ਮਨਮੋਹਨ ਸਿੰਘ ਨੂੰ 2004 ਦੇ ਵਿੱਚ ਸੱਦਾ ਦਿੱਤਾ ਗਿਆ ਸੀ। 68 ਮੈਂਬਰ ਹੋਰ ਡਾਕਟਰ ਮਨਮੋਹਨ ਸਿੰਘ ਦੇ ਨਾਲ ਮਿਲੇ, ਫਿਰ ਜਾ ਕੇ ਡਾਕਟਰ ਮਨਮੋਹਨ ਸਿੰਘ ਦੀ ਗਵਰਨਮੈਂਟ ਬਣੀ ਸੀ। ਉਸ ਤੋਂ ਬਾਅਦ 16ਵੀਂ ਲੋਕ ਸਭਾ ਦੀਆਂ ਇਲੈਕਸ਼ਨਸ ਹੋਈਆਂ। 2014 ਦੇ ਵਿੱਚ ਨਰਿੰਦਰ ਮੋਦੀ ਜੀ ਨੂੰ 282 ਸੀਟਾਂ ਪ੍ਰਾਪਤ ਹੋਈਆਂ ਪੂਰੀ ਬਹੁਮਤ ਦੇ ਨਾਲ, ਮਤਲਬ ਬਹੁਤ ਵੋਟਾਂ ਦੇ ਨਾਲ। ਫਿਰ ਵੀ ਕਹਿੰਦੇ ਉਹਨਾਂ ਨੇ ਐਨਡੀਏ ਯਾਨੀ ਕਿ ਰਾਸ਼ਟਰੀ ਲੋਕਤੰਤਰ ਗੱਠਜੋੜ ਦੀ ਸਰਕਾਰ ਬਣਾਈ। 2014 ਦੇ ਵਿੱਚ ਇਲੈਕਸ਼ਨਸ ਹੋਈਆਂ ਤੇ 46 ਮੈਂਬਰ ਉਹਨਾਂ ਦੇ ਨਾਲ ਮਿਲੇ। ਨਾਲ ਮਿਲਣ ਤੋਂ ਬਾਅਦ ਕਹਿੰਦੇ ਰਾਸ਼ਟਰਪਤੀ ਭਵਨ ਦੇ ਵਿੱਚ 4000 ਦੇ ਕਰੀਬ ਮੈਂਬਰ ਸੀ, ਜਿਨ੍ਹਾਂ ਦੇ ਨਾਲ ਮਿਲ ਕੇ ਜਿਹੜੇ ਨਰਿੰਦਰ ਮੋਦੀ ਜੀ ਸੀਗੇ ਉਹਨਾਂ ਨੇ ਆਪਣੀ ਸਹੁੰ ਚੁੱਕੀ ਸੀ। ਉਹਨਾਂ ਨੇ ਮੈਂਬਰ ਜਿਹੜੇ ਸੀ ਕੈਬਨਿਟ ਦੇ ਮੈਂਬਰ ਜਿੱਦਾਂ 24 ਸੀ, ਰਾਜ ਦੇ ਮੈਂਬਰ 10 ਸੀ, 12 ਹੋਰ ਮੰਤਰੀ ਸ਼ਾਮਿਲ ਸੀ। ਕਹਿੰਦੇ ਕਿ ਇਹਨਾਂ ਸਾਰਿਆਂ ਨੂੰ ਆਪਣੇ ਮੈਂਬਰਾਂ ਦੇ ਵਿੱਚ ਉਹਨਾਂ ਨੇ ਸ਼ਾਮਿਲ ਕੀਤਾ। ਸਾਈਜ਼ ਆਫ ਦਾ ਕਾਉਂਸਲ ਆਫ ਮਿਨਿਸਟਰ ਸੇਮ ਸੀਗਾ ਕਿ ਸਾਈਜ਼ ਆਫ ਦਾ ਕਾਉਂਸਲ ਆਫ ਮਿਨਿਸਟਰ ਪਹਿਲਾਂ ਤਾਂ ਨਿਸ਼ਚਿਤ ਨਹੀਂ ਸੀ, ਫਿਰ ਕਹਿਤਾ ਕਿ 15% ਤੋਂ ਵੱਧ ਜਿਹੜੇ ਮੈਂਬਰ ਹੈਗੇ ਆ ਉਹ ਨਹੀਂ ਹੋਣੇ ਚਾਹੀਦੇ। ਉਸ ਤੋਂ ਬਾਅਦ ਹੈਗਾ ਵਾ ਕਹਿੰਦੇ ਵੀਪੀ ਸਿੰਘ ਦੀ ਗਵਰਨਮੈਂਟ ਜਦੋਂ ਆਈ ਸੀ 38 ਮੈਂਬਰ ਸੀ। ਨਰਸਿਮਹਾ ਰਾਓ ਦੀ ਗਵਰਨਮੈਂਟ ਆਈ 57 ਮੈਂਬਰ ਹੋ ਗਏ। ਅਟਲ ਬਿਹਾਰੀ ਵਾਜਪਾਈ ਦੀ ਆਈ 79 ਮੈਂਬਰ ਹੋ ਗਏ। ਜਦੋਂ ਡਾਕਟਰ ਮਨਮੋਹਨ ਸਿੰਘ ਦੀ ਆਈ 81 ਮੈਂਬਰ ਹੋ ਗਏ। ਜਦੋਂ ਨਰਿੰਦਰ ਮੋਦੀ ਜੀ ਦੀ ਗਵਰਨਮੈਂਟ 2014 ਦੇ ਵਿੱਚ ਆਈ 66 ਹੋ ਗਏ। ਉਸ ਤੋਂ ਬਾਅਦ 16 ਦੇ ਵਿੱਚ ਉਹਨਾਂ ਨੇ ਦੁਬਾਰਾ ਫਿਰ ਤੋਂ ਸਾਰਿਆਂ ਦੇ ਮਹਿਕਮੇ ਚੇਂਜ ਕਰ ਦਿੱਤੇ। 19 ਨਵੇਂ ਮੈਂਬਰ ਰੱਖਦੇ, 5 ਮੈਂਬਰਾਂ ਨੂੰ ਹਟਾ ਦਿੱਤਾ। 2017 ਦੇ ਵਿੱਚ ਉਹਨਾਂ ਨੇ ਫਿਰ ਮੈਂਬਰ ਚੇਂਜ ਕਰਤੇ, 9 ਨਵੇਂ ਮੈਂਬਰ ਲੈ ਆਂਦੇ ਤੇ 2018 ਦੇ ਵਿੱਚ ਉਹਨਾਂ ਨੇ ਫਿਰ ਮੈਂਬਰਾਂ ਦੀ ਅਦਲਾ ਬਦਲੀ ਕਰਤੀ, ਕਿਉਂਕਿ ਇਹ ਸਾਰਾ ਕੁਝ ਕਿਹਦੇ ਹੱਥ ਵੱਸ ਹੈ? ਨਰਿੰਦਰ ਮੋਦੀ ਦੇ ਹੱਥ ਵੱਸ। ਕਿਉਂ? ਤਾਂ ਉਹਨਾਂ ਨੇ ਆਪਣੀ ਮਤਲਬ ਪੋਜੀਸ਼ਨਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੇ ਚੇਂਜ ਕਰਦੀਆਂ ਰਹਿਣੀਆਂ ਨੇ। ਉਸ ਤੋਂ ਬਾਅਦ ਹੈਗਾ ਹਾਂ, ਕਿਉਂਕਿ ਇਹਨਾਂ ਨੇ 5-5 ਮਤਲਬ ਸਾਲ ਸਾਲ 2-2 ਸਾਲ ਬਾਅਦ 3-3 ਸਾਲ ਬਾਅਦ ਆਪਣੇ ਡਿਪਾਰਟਮੈਂਟ ਦੇ ਵਿੱਚ ਮੈਂਬਰ ਇੱਧਰ ਤੋਂ ਉੱਧਰ ਕਰਤੇ ਸੀਗੇ। ਉਸ ਤੋਂ ਬਾਅਦ ਇਹ ਡਿਸਟ੍ਰੀਬਿਊਸ਼ਨ ਆਫ ਡਿਪਾਰਟਮੈਂਟ ਅਮੰਗ ਮਿਨਿਸਟਰਸ, ਕਹਿੰਦੇ ਮਿਨਿਸਟਰਸ ਨੂੰ ਉਹਨਾਂ ਦੇ ਡਿਪਾਰਟਮੈਂਟ ਦੇਣਾ ਤੇ ਉਸ ਤੋਂ ਬਾਅਦ ਉਹਨਾਂ ਦੇ ਡਿਪਾਰਟਮੈਂਟ ਜਿਹੜੇ ਮਤਲਬ ਉਹਨੂੰ ਨਹੀਂ ਲੱਗਦੇ ਕਿ ਇਹ ਪਰਸਨ ਨਹੀਂ ਅੱਛੇ ਹੈਗੇ ਡਿਪਾਰਟਮੈਂਟ ਦੇ ਵਿੱਚ, ਉਹਨਾਂ ਨੂੰ ਬੋਲਿਆ ਤੁਸੀਂ ਅਸਤੀਫਾ ਦੇ ਦਿਓ ਤੇ ਨੈਕਸਟ ਪਰਸਨ ਜਿਹੜੇ ਸੀ ਪੋਸਟ ਦੇ ਉੱਤੇ ਅਪੁਆਇੰਟ ਕਰਤੇ। ਕੁਆਲੀਫਿਕੇਸ਼ਨਸ ਕੀ ਹੋਣੀਆਂ ਚਾਹੀਦੀਆਂ ਨੇ? ਕਹਿੰਦੇ ਉਹ ਭਾਰਤ ਦਾ ਨਾਗਰਿਕ ਹੋਵੇ, ਸਾਰੇ ਤਰ੍ਹਾਂ ਦੀ ਯੋਗਤਾ ਰੱਖਦਾ ਹੋਵੇ, ਕਿਸੇ ਵੀ ਉੱਚੀ ਪੋਸਟ ਦੇ ਉੱਤੇ ਉਹ ਪਰਸਨ ਜਿਹੜਾ ਵਾ ਉਹ ਅਪੁਆਇੰਟ ਨਾ ਹੋਵੇ। ਉਸ ਤੋਂ ਬਾਅਦ ਤੁਹਾਡਾ ਹੈਗਾ ਵਾ ਕਹਿੰਦੇ ਕਿ ਟੈਨਿਓਰ ਕੀ ਹੈ? ਅਸੀਂ ਕਵਾਂਗੇ ਜਦੋਂ ਤੱਕ ਤਾਂ ਮੰਤਰੀ
ਜਿਹੜਾ ਸਾਡਾ ਹੈਗਾ ਰਾਸ਼ਟਰਪਤੀ ਖੁਸ਼ ਹੈ ਆਪਣੀ ਪੋਸਟ ਦੇ ਉੱਤੇ, ਪ੍ਰਧਾਨ ਮੰਤਰੀ ਖੁਸ਼ ਹੈ ਆਪਣੀ ਪੋਸਟ ਦੇ ਉੱਤੇ, ਉਦੋਂ ਤੱਕ ਮੰਤਰੀ ਪਰਿਸ਼ਦ ਖੁਸ਼ ਨੇ ਆਪਣੀ ਪੋਸਟ ਦੇ ਉੱਤੇ। ਮੰਤਰੀ ਪਰਿਸ਼ਦ ਨੂੰ ਕਦੋਂ ਵੀ ਪੋਸਟ ਦੇ ਉੱਤੇ ਰਿਮੂਵ ਕਰ ਸਕਦੇ ਆ। 7 ਨਵੰਬਰ 1990 ਨੂੰ ਵੀਪੀ ਸਿੰਘ ਮੰਤਰੀ ਪਰਿਸ਼ਦ ਨੂੰ, 6 ਨਵੰਬਰ 1991 ਨੂੰ ਚੰਦਰ ਸ਼ੇਖਰ ਮੰਤਰੀ ਪਰਿਸ਼ਦ ਨੂੰ, 28 ਮਈ 1996 ਨੂੰ ਵਾਜਪਾਈ ਮੰਤਰੀ ਪਰਿਸ਼ਦ ਨੂੰ ਕਹਿੰਦੇ ਕਿ ਅਸਤੀਫਾ ਦੇਣਾ ਪਿਆ ਸੀ। ਸੈਲਰੀ ਐਂਡ ਅਲਾਉਨੈਂਸ, ਸੈਲਰੀ ਤੇ ਭੱਤੇ ਕਿੰਨੇ ਕਿੰਨੇ ਨੇ? ਅਸੀਂ ਕਵਾਂਗੇ ਸੈਲਰੀ ਤੇ ਭੱਤੇ ਤਾਂ ਉਹਨਾਂ ਦੇ ਮਤਲਬ ਅਕੋਰਡਿੰਗ ਟੂ ਦਾ ਮਿਨਿਸਟਰ ਆਪਣੇ ਆਪ ਹੀ ਪਾਰਲੀਮੈਂਟ ਨਿਸ਼ਚਿਤ ਕਰਦੀ ਰਹਿੰਦੀ ਹੈ, ਲੇਕਿਨ ਫਿਰ ਵੀ ਉਹਨਾਂ ਨੂੰ ਜਿਹੜਾ ਹੈਗਾ ਡਿਫਰੈਂਟ ਤਰ੍ਹਾਂ ਦੇ ਘਰ ਦਿੱਤੇ ਜਾਂਦੇ ਆ, ਡਾਕਟਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ, ਮਤਲਬ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਅਕੋਰਡਿੰਗ ਟੂ ਟਾਈਮ, ਠੀਕ ਹੈ। ਸੈਲਰੀ ਤੇ ਅਲਾਉਨੈਂਸ ਭੱਤੇ ਵਗੈਰਾ ਦਿੱਤੇ ਜਾਂਦੇ ਨੇ। ਓਥ ਆਫ ਆਫਿਸ ਐਂਡ ਸਿਕੁਐਂਸੀ, ਮਤਲਬ ਕਿ ਪੋਸਟ ਦੇ ਉੱਤੇ ਪਰਸਨ ਨੂੰ ਅਪੁਆਇੰਟ ਕੀਤਾ ਜਾਂਦਾ ਵਾ, ਉਸ ਤੋਂ ਬਾਅਦ ਉਹਦੇ ਕੋਲੋਂ ਗੁਪਤਤਾ ਦੀ ਸਹੁੰ ਚੁਕਾਈ ਜਾਂਦੀ ਹੈ ਕਿ ਤੁਸੀਂ ਜਿੰਨੇ ਵੀ ਜਿਹੜੇ ਚੀਜ਼ਾਂ ਹੈਗੀਆਂ ਨੇ ਉਹ ਗੁਪਤ ਤਰੀਕੇ ਦੀਆਂ ਰੱਖਣੀਆਂ ਨੇ, ਠੀਕ ਹੈ। ਮਤਲਬ ਗੁਪਤਤਾ ਦੀ ਉਹਨਾਂ ਦੇ ਕੋਲ ਸਹੁੰ ਚੁਕਾਈ ਜਾਂਦੀ ਹੈ। ਦੇਖੋ ਲਾਸਟ ਤੇ ਲਿਖਿਆ ਹੋਇਆ ਵਾ ਡਿਫਰੈਂਸ ਬਿਟਵੀਨ ਕੌਂਸਲ ਆਫ ਮਿਨਿਸਟਰ ਐਂਡ ਕੈਬਨਿਟ, ਮੰਤਰੀ ਪਰਿਸ਼ਦ ਤੇ ਮੰਤਰੀ ਮੰਡਲ ਦੇ ਵਿਚਕਾਰ ਹੁਣ ਅਸੀਂ ਅੰਤਰ ਦੱਸਣਾ ਵਾ। ਪਹਿਲਾ ਤਾਂ ਹੈਗਾ ਸਾਈਜ਼। ਦੇਖੋ ਸਾਈਜ਼ ਦੇ ਵਿੱਚ ਮੰਤਰੀ ਪਰਿਸ਼ਦ ਦੇ ਮੈਂਬਰ 60 ਤੋਂ 80 ਹੋ ਸਕਦੇ ਨੇ, ਮੰਤਰੀ ਮੰਡਲ ਦੇ 30 ਤੋਂ 35। ਕੈਬਨਿਟ ਇਜ਼ ਪਾਰਟ ਆਫ ਦਾ ਕੌਂਸਲ ਆਫ ਮਿਨਿਸਟਰਸ, ਕਹਿੰਦੇ ਮੰਤਰੀ ਮੰਡਲ ਮੰਤਰੀ ਪਰਿਸ਼ਦ ਦਾ ਹਿੱਸਾ ਵਾ। ਅਸੀਂ ਕਹਿਣਾ ਹਾਂ ਹਿੱਸਾ ਵਾ। ਇਸੇ ਕਰਕੇ ਹੀ ਤਾਂ ਕਈ ਲੋਕ ਇਸ ਨੂੰ ਵੱਡੇ ਘਰ ਦੇ ਵਿੱਚ ਅਸੀਂ ਕਹਿੰਦੇ ਆ ਕਿ ਵੱਡੇ ਘੇਰੇ 'ਚ ਇੱਕ ਛੋਟਾ ਘੇਰਾ ਵਾ। ਡਿਫਰੈਂਸ ਕੀ ਆ ਕਹਿੰਦੇ ਇਹਨਾਂ ਦੇ ਇਨਫਲੂਐਂਸ ਦਾ? ਕਹਿੰਦੇ ਮੰਤਰੀ ਮੰਡਲ ਦੇ ਮੈਂਬਰ ਦਾ ਨੀਤੀ ਨਿਰਮਾਣ ਦੇ ਉੱਤੇ ਪੂਰਾ ਕੰਟਰੋਲ ਹੁੰਦਾ ਹੈ ਤੇ ਮੰਤਰੀ ਪਰਿਸ਼ਦ ਇਹਨਾਂ ਦੇ ਵਿੱਚ ਹਿੱਸਾ ਹੀ ਨਹੀਂ ਪਾਉਂਦਾ। ਮਤਲਬ ਅਗਰ ਕਾਨੂੰਨ ਬਣਾਉਣਾ ਹੋਵੇ ਮੰਤਰੀ ਮੰਡਲ ਕਾਨੂੰਨ ਬਣਾਉਂਦਾ ਹੈ, ਮੰਤਰੀ ਪਰਿਸ਼ਦ ਨਹੀਂ ਬਣਾਉਂਦਾ। ਕਹਿੰਦੇ ਕੰਟੀਨਿਊ ਮੀਟਿੰਗ ਆਫ ਕੈਬਨਿਟ, ਕੈਬਨਿਟ ਦੀਆਂ ਮੀਟਿੰਗ ਕੰਟੀਨਿਊ ਹੁੰਦੀਆਂ ਰਹਿੰਦੀਆਂ ਨੇ, ਮੰਤਰੀ ਪਰਿਸ਼ਦ ਦੀਆਂ ਕਦੇ ਕਦੇ ਹੁੰਦੀਆਂ ਨੇ। ਆਲ ਮਿਨਿਸਟਰ ਆਰ ਮੈਂਬਰ ਆਫ ਦਾ ਕੌਂਸਲ ਆਫ ਮਿਨਿਸਟਰ not of a cabinet, ਕਹਿੰਦੇ ਸਾਰੇ ਮੰਤਰੀ ਮੰਤਰੀ ਪਰਿਸ਼ਦ ਦੇ ਮੈਂਬਰ ਹੁੰਦੇ ਆ, ਮੰਤਰੀ ਮੰਡਲ ਦੇ ਸਾਰੇ ਲੋਕ ਮੈਂਬਰ ਨਹੀਂ ਹੁੰਦੇ। ਸੈਲਰੀ, ਕਹਿੰਦੇ ਕੈਬਨਿਟ ਮੈਂਬਰਾਂ ਨੂੰ ਬਾਕੀ ਮੈਂਬਰਾਂ ਦੇ ਨਾਲੋਂ 500 ਰੁਪਏ ਜ਼ਿਆਦਾ ਤਨਖਾਹ ਮਿਲਦੀ ਹੈ, ਠੀਕ। ਓਥ, ਕਹਿੰਦੇ ਕਿ ਓਥ ਜਿਹੜੀ ਹੈਗੀ ਆ, ਕਹਿੰਦੇ ਮੰਤਰੀਆਂ ਨੂੰ ਅਹੁਦਾ ਗ੍ਰਹਿਣ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਦੇ ਸਾਹਮਣੇ ਜਿਹੜੀ ਓਥ ਚੁਕਾਈ ਜਾਂਦੀ ਆ, ਠੀਕ। ਉਸ ਤੋਂ ਬਾਅਦ ਹੈਗਾ ਕੈਬਨਿਟ ਸਕੱਤਰੇਤ, ਮਤਲਬ ਕਿ ਕੈਬਨਿਟ ਸਕੱਤਰੇਤ ਦਾ ਕੀ ਕੰਮ ਹੈ? ਅਸੀਂ ਕਵਾਂਗੇ ਮੰਤਰੀ ਮੰਡਲ ਦੀਆਂ ਮੀਟਿੰਗਾਂ ਵਿੱਚ ਪ੍ਰਧਾਨ ਮੰਤਰੀ ਦੇ ਨਿਰਦੇਸ਼ ਦੇ ਅਨੁਸਾਰ ਏਜੰਡਾ ਤਿਆਰ ਕੀਤਾ ਜਾਂਦਾ ਵਾ। ਮੰਤਰੀ ਮੰਡਲ ਜਿਹੜਾ ਸਾਰੀਆਂ ਚੀਜ਼ਾਂ ਦਾ ਰਿਕਾਰਡ ਰੱਖਦਾ ਵਾ, ਮੰਤਰੀ ਮੰਡਲ ਸਾਰੇ ਫੈਸਲੇ ਲੈਂਦਾ ਵਾ, ਮੰਤਰੀ ਮੰਡਲ ਮੀਟਿੰਗਾਂ ਬਾਰੇ ਜਾਣਕਾਰੀ ਕਲੈਕਟ ਕਰਦਾ ਵਾ, ਠੀਕ। ਕਹਿੰਦੇ ਉਸ ਤੋਂ ਬਾਅਦ ਤੁਹਾਡਾ ਹੈਗਾ ਕਮੇਟੀ ਆਫ ਦਾ ਕੈਬਨਿਟ, ਮੰਤਰੀ ਮੰਡਲ ਦੀਆਂ ਕਮੇਟੀਆਂ ਕਿਹੜੀਆਂ ਕਿਹੜੀਆਂ ਨੇ? ਅਸੀਂ ਕਵਾਂਗੇ ਮੰਤਰੀ ਮੰਡਲ ਦੀਆਂ ਜਿਹੜੀਆਂ ਕਮੇਟੀਆਂ ਹੈਗੀਆਂ ਨੇ ਦੋ ਤਰ੍ਹਾਂ ਦੀਆਂ ਨੇ, ਇੱਕ ਤਾਂ ਅਡਹੌਕ ਕਮੇਟੀ, ਇੱਕ ਸਟੈਂਡਿੰਗ ਕਮੇਟੀ। ਅਡਹੌਕ ਕਮੇਟੀ ਦੇ ਵਿੱਚ ਉਹ ਮੰਤਰੀ ਨੇ ਜਿਹੜੇ ਲੋੜ ਪੈਣ ਤੇ ਰੱਖ ਲਏ ਜਾਂਦੇ ਨੇ, ਬਿਨਾਂ ਲੋੜ ਤੋਂ ਬਾਹਰ ਕੱਢ ਲਿੱਤੇ ਜਾਂਦੇ ਨੇ। ਸਟੈਂਡਿੰਗ ਮੈਂਬਰ ਉਹ ਹੁੰਦੇ ਨੇ ਜਿਹੜੇ ਕਿ ਹਮੇਸ਼ਾ ਤੋਂ ਉੱਥੇ ਬਣੇ ਹੀ ਰਹਿੰਦੇ ਨੇ, ਜਿੱਦਾਂ ਕਮੇਟੀ ਔਨ ਦਾ ਪਾਰਲੀਮੈਂਟ ਅਫੇਅਰ, ਕਮੇਟੀ ਔਨ ਦਾ ਪੋਲੀਟੀਕਲ ਅਫੇਅਰ, ਕਮੇਟੀ ਆਫ ਦਾ ਅਪੁਆਇੰਟਮੈਂਟ ਕੈਬਨਿਟ, ਕਮੇਟੀ ਆਫ ਦਾ accommodations cabinet, committee of the foreign investments cabinet, committee of the provisions cabinet, committee of the economic affairs। ਸੋ ਇਸ ਤਰ੍ਹਾਂ ਦੀਆਂ ਬਹੁਤ ਜਿੱਦਾਂ ਡਰੱਗਸ ਕੰਟਰੋਲ, ਡਰੱਗ ਕੰਟਰੋਲ ਅਬਿਊਜ਼ ਕੰਟਰੋਲ ਕਮੇਟੀ, ਟ੍ਰੇਡ ਕਮੇਟੀ, ਠੀਕ ਹੈ, ਐਕਸਪੈਂਡੀਚਰ ਕਮੇਟੀ, ਇਨਫਰਾਸਟਰਕਚਰ ਕਮੇਟੀ, ਠੀਕ ਹੈ, ਨੈਚੁਰਲ ਕਲਾਈਮੇਟ ਕਮੇਟੀ, ਬਹੁਤ ਤਰ੍ਹਾਂ ਦੀਆਂ ਕਮੇਟੀਜ਼ ਨੇ ਜਿਹੜੀਆਂ ਹਮੇਸ਼ਾ ਬਣੀਆਂ ਰਹਿੰਦੀਆਂ ਨੇ। ਇਸ ਲਈ ਇਹਨਾਂ ਨੂੰ ਬੋਲਿਆ ਜਾਂਦਾ ਹੈ ਕਿ ਇਹ ਕਮੇਟੀ ਕਿਹੜੀਆਂ ਨੇ? ਇੱਕ ਕਿਸਮ ਦੀਆਂ ਸਟੈਂਡਿੰਗ ਕਮੇਟੀ ਨੇ, ਮਤਲਬ ਹਮੇਸ਼ਾ ਬਣੀਆਂ ਰਹਿੰਦੀਆਂ ਨੇ ਇਹ ਕਮੇਟੀ, ਠੀਕ ਹੈ। ਇਸ ਦੇ ਨਾਲ ਹੀ ਚੈਪਟਰ ਦਾ ਆਪਾਂ ਇਹ ਪੋਰਸ਼ਨ ਜਿਹੜਾ ਹੈਗਾ ਇੱਥੇ ਹੀ ਕਲੋਜ਼ ਕਰਦੇ ਹਾਂ।